ਦਸ਼ਮੇਸ਼ ਪਿਤਾ ਸਰਬੰਸ ਦਾਨੀ ਦਾਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮਾਤ ਲੋਕ ਦੇ ਵਿੱਚ ਇਹ ਮਨੁੱਖ ਦਾ ਚੋਲਾ ਜੋ 84 ਲੱਖ ਜੋਨੀਆਂ ਦਾ ਬਾਦਸ਼ਾਹ ਹੈ, ਇਹ ਭੇਜਿਆ ਹੈ, ਬਖਸ਼ਿਆ ਹੈ ਕਿ ਤੂੰ ਜਾ, ਇਹ ਤੇਰੀ ਜੂਨ ਸਭ ਤੋਂ ਉੱਤਮ ਹੈ ਤੇ ਜਾ ਕੇ ਨਾਮ ਜਪ ਲੈ, ਭਵ ਸਾਗਰ ਤੋਂ ਪਾਰ ਹੋ ਜਾ, ਕੋਈ ਚੰਗੇ ਕਰਮ ਕਰ ਲੈ, ਕਿਉਂਕਿ ਜੋ ਤੂੰ ਕਰਮ ਕਰੇਗਾ ਉਹੀ ਤੇਰਾ ਉਧਾਰ ਕਰਨਗੇ। ਕਿਉਂਕਿ ਜੋ ਸਾਨੂੰ ਮਾਤ ਲੋਕ ਦੇ ਵਿੱਚ ਦੁੱਖ ਸੁੱਖ ਲਾਭ ਹਾਨੀ ਮਾਨ ਅਪਮਾਨ ਜੋ ਕੁਛ ਵੀ ਪ੍ਰਾਪਤ ਹੋ ਰਿਹਾ ਹੈ, ਇਹ ਸਾਡੇ ਪੂਰਬਲੇ ਕਰਮਾਂ ਦੇ ਨਾਲ ਮਿਲ ਰਿਹਾ ਹੈ। ਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਸਮਝਾਉਂਦੇ ਹਨ, ਮਨ ਮੂਰਖ ਕਾਹੇ ਬਿਲਾਈਏ, ਪੂਰਬ ਲਿਖੇ ਕਾ ਲਿਖਿਆ ਪਾਈਏ। ਕਿ ਜੋ ਕੁਛ ਵੀ ਤੈਨੂੰ ਪ੍ਰਾਪਤ ਹੁੰਦਾ ਹੈ ਉਹ ਤੇਰੇ ਪੂਰਬਲੇ ਕਰਮਾਂ ਨਾਲ ਹੀ ਤੈਨੂੰ ਮਿਲ ਰਿਹਾ ਹੈ। ਫਿਰ ਤੂੰ ਕਿਉਂ ਦੁਖੀ ਹੋ ਰਿਹਾ ਹੈ, ਕਿਉਂ ਰੋ ਰਿਹਾ ਹੈ, ਕਿਉਂ ਵਿਲਾਪ ਕਰ ਰਿਹਾ ਹੈ? ਆਪਣੇ ਹੁਣ ਕਰਮ ਸੁਧਾਰ, ਨਾਮ ਜਪ, ਤਾਂ ਕਿ ਇਹ ਜਿਹੜਾ ਤੇਰੇ ਦੁੱਖ ਹਨ ਉਹ ਸੁੱਖਾਂ ਵਿੱਚ ਬਦਲ ਜਾਣ। ਜੋ ਤੇਰਾ ਮਾਨ ਯਸ਼ ਘੱਟ ਹੋ ਰਿਹਾ ਉਹ ਤੇਰਾ ਵੱਧ ਜਾਵੇ। ਕਿਉਂਕਿ ਇਤਿਹਾਸ ਵਿੱਚ ਵੀ ਪ੍ਰਮਾਣ ਹੈ, ਇੱਕ ਰਾਜਾ ਚਿਤਰਗੁਪਤ ਹੋਇਆ ਹੈ। ਉਸ ਰਾਜਾ ਦੇ ਕੋਲੋਂ ਰਾਣੀਆਂ ਤਾਂ ਕਈ ਸਨ, ਪਰ ਉਹਦੇ ਘਰ ਸੰਤਾਨ ਨਹੀਂ ਸੀ। ਬਹੁਤ ਦੁਖੀ ਹੁੰਦਾ ਸੀ ਤੇ ਇੱਛਾ ਰੱਖਦਾ ਸੀ ਕਿ ਮੇਰੇ ਘਰ ਵੀ ਇੱਕ ਰਾਜਕੁਮਾਰ ਹੋ ਜਾਵੇ। ਬਾਣੀ ਵਿੱਚ ਵੀ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਪੁੱਤੀ ਗੰਢ ਪਵੇ ਸੰਸਾਰ। ਕਿ ਪੁੱਤਰ ਜਿਹੜਾ ਹੈ ਉਹ ਸਾਨੂੰ ਸਮਾਜ ਦੇ ਨਾਲ, ਸੰਸਾਰ ਦੇ ਨਾਲ ਇੱਦਾਂ ਹੀ ਜੋੜਦਾ ਹੈ ਜਿੱਦਾਂ ਦੋ ਕੱਪੜਿਆਂ ਨੂੰ, ਦੋ ਧਾਗਿਆਂ ਨੂੰ ਆਪਸ ਵਿੱਚ ਗੰਢ ਮਾਰਦੇ ਹਾਂ ਤੇ ਇੱਕ ਹੋ ਜਾਂਦਾ ਹੈ, ਉਹ ਵੀ ਸਾਨੂੰ ਇਸੇ ਤਰ੍ਹਾਂ ਜੋੜਦੇ ਹਨ। ਤੇ ਉਹ ਰਾਜਾ ਵੀ ਇਹੀ ਸੋਚਦਾ ਸੀ ਕਿ ਮੇਰੇ ਘਰ ਵੀ ਇੱਕ ਪੁੱਤਰ ਦੀ ਦਾਤ ਹੋ ਜਾਵੇ, ਇੱਕ ਭੁਜੰਗੀ ਹੋ ਜਾਵੇ, ਰਾਜਕੁਮਾਰ ਆ ਜਾਵੇ। ਇਹ ਵਿਚਾਰ ਕਰਕੇ ਉਸਨੇ ਸਾਰੇ ਪੀਰਾਂ ਫਕੀਰਾਂ ਨੂੰ ਸੱਦਿਆ ਤੇ ਆਪਣੇ ਕੋਲ ਸਦਕੇ ਆਖਣ ਲੱਗਾ, ਮੇਰੇ ਮਨ ਦੇ ਵਿੱਚ ਇੱਕ ਭਾਵ ਬਣਿਆ ਹੈ ਕਿ ਤੁਸੀਂ ਹਵਨ ਕਰੋ, ਪੂਜਾ ਪਾਠ ਕਰੋ ਤੇ ਮੈਂ ਦਾਨ ਪੁੰਨ ਵੀ ਕਰਾਂ, ਕਿਸੇ ਤਰੀਕੇ ਦੇ ਨਾਲ ਮੇਰੇ ਘਰ ਇੱਕ ਬੱਚਾ ਹੋ ਜਾਵੇ, ਰਾਜਕੁਮਾਰ ਹੋ ਜਾਵੇ। ਤਾਂ ਉਹਨਾਂ ਸਾਰਿਆਂ ਨੇ ਜਦੋਂ ਦੂਰ ਦ੍ਰਿਸ਼ਟੀ ਨਾਲ ਵੇਖਿਆ ਤੇ ਰਾਜੇ ਨੂੰ ਕਿਹਾ, ਰਾਜਾ ਤੇਰੇ ਘਰ ਸੰਤਾਨ ਦਾ ਯੋਗ ਨਹੀਂ ਹੈ। ਰਾਜੇ ਨੇ ਹੱਥ ਜੋੜੇ, ਨਹੀਂ ਕੁਝ ਤਾਂ ਯੁਕਤੀ ਕਰੋ, ਕੁਝ ਤਾਂ ਉਪਾਏ ਕਰੋ ਕਿ ਮੇਰੇ ਘਰ ਵੀ ਸੰਤਾਨ ਹੋਵੇ। ਤਾਂ ਫਿਰ ਉਹਨਾਂ ਵਿੱਚੋਂ ਇੱਕ ਵੱਡੇ ਪੀਰ ਨੇ ਕਿਹਾ, ਮਹਾਰਾਜ ਜੇ ਸੰਤਾਨ ਹੋ ਗਈ ਤੇ ਆਪ ਜੀ ਨੂੰ ਬੜਾ ਦੁੱਖ ਮਿਲੇਗਾ। ਰਾਜੇ ਨੇ ਕਿਹਾ, ਮੈਂ ਦੁੱਖ ਸਹਿ ਲਾਂਗਾ, ਪਰ ਮੇਰਾ ਪੀੜ੍ਹੀ ਵਧਣੀ ਚਾਹੀਦੀ ਹੈ, ਮੇਰੇ ਘਰ ਸੰਤਾਨ ਹੋਣੀ ਚਾਹੀਦੀ ਹੈ। ਤਾਂ ਇਹ ਕਹਿ ਕੇ ਉਹਨਾਂ ਨੇ ਰਾਜੇ ਕੋਲੋਂ ਇੱਕ ਹਵਨ ਕਰਾਇਆ, ਤਪ ਕਰਵਾਇਆ, ਦਾਨ ਪੁੰਨ ਵੀ ਕਰਵਾਇਆ। ਜਦੋਂ ਉਹ ਹਵਨ ਸੰਪੂਰਨ ਹੋਇਆ, ਉਹਦੇ ਵਿੱਚੋਂ ਪ੍ਰਸ਼ਾਦ ਨਿਕਲਿਆ ਤੇ ਉਹ ਰਾਜੇ ਨੂੰ ਦਿੱਤਾ ਕਿ ਜਾ ਆਪਣੀ ਰਾਣੀ ਨੂੰ ਖਵਾ ਦੇ, ਤੇਰੇ ਘਰ ਪੁੱਤਰ ਦੀ ਦਾਤ ਹੋਏਗੀ। ਰਾਜਾ ਉਹ ਪ੍ਰਸ਼ਾਦ ਲੈ ਕੇ ਆਇਆ, ਆ ਕੇ ਆਪਣੀ ਵੱਡੀ ਰਾਣੀ ਨੂੰ ਖਵਾ ਦਿੱਤਾ। 10 ਮਾਸ ਬੀਤੇ ਤੇ ਉਸ ਰਾਜੇ ਦੇ ਘਰ ਰਾਜਕੁਮਾਰ ਦਾ ਜਨਮ ਹੋਇਆ। ਰਾਜਾ ਉਸ ਦੇ ਨਾਲ ਬਹੁਤ ਪਿਆਰ ਕਰਨ ਲੱਗਿਆ, ਲਾਡ ਕਰਨ ਲੱਗਿਆ, ਉਹਨੂੰ ਪਾਲਣ ਲੱਗਿਆ। ਉਹ ਜਿਵੇਂ ਜਿਵੇਂ ਵੱਡਾ ਹੋਣ ਲੱਗ ਪਿਆ, ਰਾਜਾ ਉਸੇ ਦੇ ਕੋਲ ਹੀ ਰਹਿਣ ਲੱਗਿਆ, ਉਸ ਦੀ ਵੱਡੀ ਰਾਣੀ ਦੇ ਮਹਿਲਾਂ ਵਿੱਚ ਵੀ ਰਹਿਣ ਲੱਗ ਪਿਆ। ਇਹ ਵੇਖ ਕੇ ਦੂਜੀਆਂ ਰਾਣੀਆਂ ਦੇ ਮਨਾਂ ਦੇ ਵਿੱਚ ਈਰਸ਼ਾ ਆ ਗਈ। ਉਹਨਾਂ ਨੇ ਸੋਚਿਆ ਕਿ ਇਹ ਕੁਝ ਇਹੋ ਜਿਹਾ ਉਪਾਅ ਕਰੀਏ ਕਿ ਇਹ ਰਾਜਕੁਮਾਰੀ ਖਤਮ ਹੋ ਜਾਵੇ। ਤਾਂ ਉਹਨਾਂ ਨੇ ਇਹ ਮਨ ਦੇ ਵਿੱਚ ਨੀਅਤ ਧਾਰ ਕੇ ਰਲ ਮਿਲ ਕੇ ਉਹਨਾਂ ਸਾਰਿਆਂ ਨੇ ਹੀ ਉਸ ਬੱਚੇ ਨੂੰ ਜ਼ਹਿਰ ਦੇ ਦਿੱਤੀ ਤੇ ਉਹ ਰਾਜਕੁਮਾਰ ਦੀ ਮ੍ਰਿਤੂ ਹੋ ਗਈ। ਇਹ ਸਦਮਾ ਰਾਜੇ ਕੋਲੋਂ ਸਹਿਨ ਨਾ ਹੋਇਆ। ਰਾਜਾ ਸੋਚਣ ਲੱਗਾ ਕਿ ਪੁੱਤਰ ਤੋਂ ਬਿਨਾਂ ਉਹਦੇ ਵਿਯੋਗ ਦੇ ਵਿੱਚ ਰਹਿਣ ਤੋਂ ਚੰਗਾ ਹੈ ਕਿ ਮੈਂ ਆਪਣੇ ਵੀ ਪ੍ਰਾਣ ਦੇ ਦਿਆਂ। ਇਹ ਵਿਚਾਰ ਕਰਕੇ ਰਾਜਾ ਤੇ ਰਾਣੀ ਜਦੋਂ ਨਦੀ ਦੇ ਕਿਨਾਰੇ 'ਤੇ ਆਏ ਤੇ ਯੋਗ ਆਸਨ ਵਿੱਚ ਬੈਠ ਕੇ ਸੋਚਿਆ ਕਿ ਪ੍ਰਾਣ ਦੇ ਦਈਏ
ਤਾਂ ਉਹਨਾਂ ਦੀ ਰੱਖਿਆ ਕਰਨ ਦੇ ਲਈ, ਉਹਨਾਂ ਨੂੰ ਸਿੱਧਾ ਰਸਤਾ ਦਿਖਾਉਣ ਦੇ ਲਈ ਤੇ ਨਾਰਦ ਜੀ ਆਏ। ਨਾਰਦ ਜੀ ਨੇ ਆ ਕੇ ਬਹੁਤ ਸਮਝਾਇਆ, ਇਹ ਵਿਧੀ ਦਾ ਨਿਯਮ ਹੈ, ਕਿਉਂਕਿ ਜੋ ਉਪਜਿਓ ਸੋ ਬਿਨਸ ਹੈ, ਪਰਿਓ ਆਜ ਕਹਿ ਕਾਲ। ਇਹ ਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਜੋ ਆਇਆ ਸੋ ਚਲ ਸੀ, ਸਭ ਕੋ ਆਈ ਵਾਰੀ ਹੈ, ਕਿ ਜੋ ਜਨਮ ਲਿਆ ਜਿਸਨੇ, ਉਸਨੇ ਇੱਕ ਦਿਨ ਜਾਣਾ ਹੀ ਹੈ। ਪਰ ਰਾਜੇ ਦੇ ਸਮਝ ਵਿੱਚ ਕੁਛ ਨਾ ਆਇਆ ਤਾਂ ਨਾਰਦ ਜੀ ਨੇ ਕਿਹਾ, ਠੀਕ ਹੈ, ਕੋਈ ਉਪਾਏ ਕਰਦੇ ਹਾਂ। ਉਸ ਰਾਜਕੁਮਾਰ ਉੱਤੇ ਜਲ ਛਿੜਕਿਆ, ਪਾਠ ਮੰਤਰ ਪੜ੍ਹੇ ਤੇ ਉਸਦੀ ਆਤਮਾ ਨੂੰ ਖੜਾ ਕਰ ਦਿੱਤਾ। ਉਹ ਜਦੋਂ ਆਤਮਾ ਉਹਦੇ ਵਿੱਚ, ਉਹ ਰਾਜਕੁਮਾਰ ਸਾਹਮਣੇ ਪ੍ਰਗਟ ਹੋਇਆ ਤੇ ਨਾਰਦ ਜੀ ਨੇ ਕਿਹਾ, ਵੇਖ ਤੇਰੇ ਮਾਤਾ ਪਿਤਾ ਵਿਆਕੁਲ ਹਨ, ਤੇਰੇ ਵਿਯੋਗ ਦੇ ਵਿੱਚ ਪ੍ਰਾਣ ਦੇਣ ਨੂੰ ਤਿਆਰ ਹਨ। ਤੂੰ ਆ ਕੇ, ਤੈਨੂੰ ਮੋਹਲਤ ਦਿੰਦੇ ਹਾਂ, ਤੇਰੀ ਹੋਰ ਉਮਰ ਬਖਸ਼ਦੇ ਹਾਂ, ਤੂੰ ਇਹਨਾਂ ਦੀ ਸੇਵਾ ਕਰ, ਇਹਨਾਂ ਕੋਲ ਆ, ਤਾਂ ਕਿ ਪ੍ਰਜਾ ਰਾਜਾ ਤੋਂ ਵਿਹੀਨ ਨਾ ਹੋਵੇ। ਤਾਂ ਉਹ ਬਾਲਕ, ਉਹ ਰਾਜਕੁਮਾਰ ਆਖਣ ਲੱਗਾ, ਕੌਣ ਮਾਤਾ, ਕੌਣ ਪਿਤਾ, ਕੌਣ ਰਾਜਾ, ਕੌਣ ਰਾਜਕੁਮਾਰ? ਮੈਂ ਤੇ ਕਿਸੇ ਦਾ ਕੋਈ ਬੇਟਾ ਨਹੀਂ ਹਾਂ, ਨਾ ਹੀ ਇਹ ਮੇਰੇ ਮਾਤਾ ਪਿਤਾ ਹਨ। ਰਾਜਾ ਨੇ ਕਿਹਾ, ਬੱਚਾ ਇੱਦਾਂ ਕਿਉਂ ਆਖਦਾ ਹੈ? ਅਸੀਂ ਹੀ ਤੇਰੇ ਮਾਤਾ ਪਿਤਾ ਹਾਂ, ਦੇਖ ਤੂੰ ਯਾਦ ਕਰ। ਤੇ ਉਹ ਆਖਣ ਲੱਗਾ, ਨਹੀਂ, ਯਾਦ ਤੇ ਮਹਾਰਾਜ ਤੁਸੀਂ ਕਰੋ। ਪਿਛਲੇ ਜਨਮ ਦੇ ਵਿੱਚ ਤੁਸੀਂ ਵੀ ਰਾਜਾ ਸੋ ਤੇ ਮੈਂ ਵੀ ਰਾਜਾ ਸੀ। ਆਪਣਾ ਦੋਨੋਂ ਜਿਹੜੇ ਹਨ, ਜਦੋਂ ਮੈਂ ਆ ਕੇ ਤੁਹਾਡੇ ਰਾਜ ਤੇ ਹਮਲਾ ਕਰ ਦਿੱਤਾ ਤਾਂ ਤੁਹਾਡੀ ਸੈਨਾ ਨੇ ਮੇਰੀ ਸੈਨਾ ਨੂੰ ਪਰਾਜਿਤ ਕਰ ਦਿੱਤਾ। ਮੈਂ ਆਪਣੇ ਪ੍ਰਾਣ ਬਚਾ ਕੇ ਜਦੋਂ ਭੱਜ ਗਿਆ, ਇੱਕ ਜੰਗਲ ਦੇ ਵਿੱਚ ਜਾ ਕੇ ਲੁਕ ਗਿਆ, ਛਿਪ ਗਿਆ, ਤਾਂ ਤੁਸੀਂ ਉੱਥੇ ਪਿੱਛੋਂ ਮੈਨੂੰ ਲੱਭਦਿਆਂ ਹੋਇਆਂ ਆ ਕੇ ਮੇਰੀ ਵਧ ਕਰ ਦਿੱਤਾ। ਮੈਂ ਹੁਣ ਤੁਹਾਡੇ ਘਰ ਰਾਜਕੁਮਾਰ ਦੇ ਰੂਪ ਦੇ ਵਿੱਚ, ਤੁਹਾਡੇ ਪੁੱਤਰ ਦੇ ਰੂਪ ਵਿੱਚ ਜਨਮ ਲੈ ਕੇ ਤੁਹਾਡੇ ਉਸ ਕਰਮ ਦਾ ਫਲ ਦੇਣ ਆਇਆ ਹਾਂ। ਜਿੱਦਾਂ ਮੈਂ ਦੁਖੀ ਹੋਇਆ ਸੀ, ਮੇਰੇ ਮਾਤਾ ਪਿਤਾ, ਮੇਰਾ ਪਰਿਵਾਰ ਦੁਖੀ ਹੋਇਆ ਸੀ, ਉਸੇ ਤਰ੍ਹਾਂ ਹੀ ਅੱਜ ਤੁਸੀਂ ਤੇ ਰਾਣੀ ਦੁਖੀ ਹੋ। ਇਹ ਸੁਣ ਕੇ ਤੇ ਉਹ ਰਾਣੀਆਂ ਆਖਣ ਲੱਗੀਆਂ, ਠੀਕ ਹੈ, ਚਲੋ ਰਾਜਾ ਤੇ ਉਸ ਕਰਮ ਦਾ ਫਲ ਭੋਗਿਆ, ਪਰ ਅਸੀਂ ਤੈਨੂੰ ਜੋ ਜ਼ਹਿਰ ਦਿੱਤੀ ਉਹ ਕੀ ਕਰਮ ਸੀ? ਉਹ ਸਾਡੇ ਕੋਲੋਂ ਇਹ ਪਾਪ ਕਿਉਂ ਹੋ ਗਿਆ? ਸਾਡੀ ਮੱਤ ਵਿੱਚ ਕਿਉਂ ਨਹੀਂ ਆਇਆ ਕਿ ਇਹ ਗਲਤ ਹੈ? ਤਾਂ ਉਹ ਆਖਣ ਲੱਗਿਆ ਕਿ ਤੁਸੀਂ ਵੀ ਕਰਮ ਦਾ ਫਲ ਭੋਗਿਆ ਹੈ, ਕਿਉਂਕਿ ਜਦੋਂ ਮੈਂ ਬਾਲ ਰੂਪ ਦੇ ਵਿੱਚ ਰਾਜਕੁਮਾਰ ਸਾਂ ਪਿਛਲੇ ਜਨਮ ਦੇ ਵਿੱਚ, ਤਾਂ ਇੱਕ ਬਿਲ ਖੁੱਡੇ ਦੇ ਵਿੱਚ ਬਹੁਤ ਸਾਰੀ ਕੀੜੀਆਂ ਸਨ, ਔਰ ਮੈਂ ਸ਼ਰਾਰਤ ਕਰਦਿਆਂ ਹੋਇਆਂ ਉਸ ਵੀ ਖੁੱਡੇ ਦੇ ਵਿੱਚ ਉਬਲਦਾ ਹੋਇਆ ਗਰਮ ਪਾਣੀ ਪਾ ਦਿੱਤਾ ਸੀ। ਜਿੱਦਾਂ ਮੈਂ ਉਸ ਵਿੱਚ ਗਰਮ ਪਾਣੀ ਪਾਇਆ, ਉਹ ਸਾਰੀਆਂ ਕੀੜੀਆਂ ਤੜਫਦੀਆਂ ਹੋਈਆਂ ਪ੍ਰਾਣ ਦੇ ਗਈਆਂ। ਹੁਣ ਤੁਸੀਂ ਉਹੀ ਰਾਣੀਆਂ ਹੋ ਤੇ ਤੁਸੀਂ ਉਹੀ ਮਿਲ ਕੇ ਸਭ ਨੇ ਮੈਨੂੰ ਜ਼ਹਿਰ ਦਿੱਤੀ ਤੇ ਮੇਰੇ ਉਸ ਕਰਮ ਦਾ ਮੈਨੂੰ ਫਲ ਮਿਲਿਆ। ਭਾਵ ਇਹ ਹੈ ਕਿ ਮਾਤ ਲੋਕ ਦੇ ਵਿੱਚ ਵੀ ਜੋ ਸਾਡੇ ਰਿਸ਼ਤੇ ਨਾਤੇ ਹਨ, ਜੋ ਅਸੀਂ ਇਹ ਸੋਚ ਬੈਠਦੇ ਹਾਂ ਕਿ ਇਹ ਦੁੱਖ ਸਾਨੂੰ ਮਾਤਾ ਕਰਕੇ ਮਿਲਾ, ਪਿਤਾ ਕਰਕੇ ਮਿਲਾ, ਭਰਾ ਕਰਕੇ ਮਿਲਾ, ਭੈਣ ਕਰਕੇ ਮਿਲਾ, ਪਤੀ ਪਤਨੀ ਕਰਕੇ ਮਿਲਿਆ, ਕੋਈ ਕਿਸੇ ਨੂੰ ਦੁੱਖ ਨਹੀਂ ਦਿੰਦਾ, ਕਿਉਂਕਿ ਇਹ ਸਾਰੇ ਹੀ ਸਾਡੇ ਆਪਣੇ ਹੀ ਕਰਮਾਂ ਦੇ ਦੋਸ਼ ਹਨ। ਉਹ ਇੱਥੇ ਕਰਜ਼ ਚੁਕਾਉਣ ਲਈ ਹੀ ਸਾਰੇ ਆਉਂਦੇ ਹਨ, ਕਿਉਂਕਿ ਸਤਿਗੁਰੂ ਜੀ ਸਾਨੂੰ ਬਾਣੀ ਵਿੱਚ ਵੀ ਸਮਝਾਉਂਦੇ ਹਨ, ਦੱਦਾ ਦੋਸ ਨਾ ਦੀਜੈ ਕਾਹੂ, ਦੋਸ ਕਰਮਾ ਆਪਨਿਆ, ਜੋ ਮੈਂ ਬੀਜਿਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਇਸ ਲਈ ਮਨ ਦੇ ਵਿੱਚ ਜਦੋਂ ਦੁੱਖ ਆਵੇ, ਔਕੜ ਆਵੇ, ਤਕਲੀਫ ਹੋਵੇ, ਤਾਂ ਫਿਰ ਇਹ ਨਾ ਸੋਚੀਏ ਕਿ ਇਹ ਦੁੱਖ ਸਾਨੂੰ ਉਸਨੇ ਦਿੱਤਾ ਹੈ। ਉਸ ਰਿਸ਼ਤੇ ਦੇ ਲਈ, ਸਗੇ ਸੰਬੰਧੀ ਦੇ ਲਈ ਨਾ ਮਨ ਵਿੱਚ ਈਰਸ਼ਾ ਰੱਖੀਏ, ਨਾ ਜੈਲਸ ਰੱਖੀਏ, ਨਾ ਬਦਲੇ ਦੀ ਭਾਵਨਾ ਰੱਖੀਏ, ਨਾ ਉਸ ਦਾ ਬੁਰਾ ਸੋਚੀਏ, ਬਲਕਿ ਉਸ ਪਰਮਾਤਮਾ ਦੇ ਅੱਗੇ, ਉਹਦੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰੀਏ, ਉਹਨਾਂ ਦੇ ਚਰਨਾਂ 'ਤੇ ਸੀਸ ਨਿਵਾਈਏ, ਉਹਨਾਂ ਦੀ ਬਾਣੀ ਸੇਵਾ ਸਿਮਰਨ ਨਾਲ ਜੁੜੀਏ, ਤਾਂ ਕਿ ਉਹ ਸਾਡੇ 'ਤੇ ਕਿਰਪਾ ਕਰਨ ਅਤੇ ਸਾਡੇ ਵੱਡੇ ਦੁੱਖਾਂ ਨੂੰ ਛੋਟੇ ਦੁੱਖਾਂ ਵਿੱਚ ਬਦਲ ਦੇਣ।
ਸਾਡੇ 'ਤੇ ਕਿਰਪਾ ਕਰਨ ਅਤੇ ਸਾਨੂੰ ਇਹਨਾਂ ਦੁੱਖਾਂ ਤੋਂ ਮੁਕਤ ਕਰ ਦੇਣ। ਸਾਡੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਭਰ ਦੇਣ, ਸੁੱਖ ਹੀ ਸੁੱਖ ਭਰ ਦੇਣ। ਕਿਉਂਕਿ ਪਰਮਾਨੀ ਵਿੱਚ ਵੀ ਸਤਿਗੁਰੂ ਜੀ ਆਖਦੇ ਹਨ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ। ਕਿ ਜਿਹੜੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਆਉਂਦੇ ਹਨ ਉਹਨਾਂ ਦਾ ਉਧਾਰ ਹੋ ਜਾਂਦਾ ਹੈ, ਉਹਨਾਂ ਦਾ ਜੀਵਨ ਹੀ ਬਦਲ ਜਾਂਦਾ ਹੈ। ਉਹਨਾਂ ਦੇ ਸਾਰੇ ਦੁੱਖ ਨਹੀਂ ਰਹਿੰਦੇ, ਉਹ ਸੁੱਖਾਂ ਵਿੱਚ ਬਦਲ ਜਾਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।